सो स्टूडेंट्स ये अपनी अगली वीडियो ਇਹਦੇ ਵਿੱਚ ਆਪਾਂ ਕਿੰਦੇ ਤੇ ਫੋਕਸ ਕਰਨਾ ਹੈ ਲਾਈਨ ਹੈਡਿੰਗਸ ਤੇ ਲਾਈਨ ਹੈਡਿੰਗ ਹੋ ਗਈ ਪੈਰਾਗ੍ਰਾਫ ਹੈਡਿੰਗ ਹੋ ਗਈ ਇਹ ਸਾਰੀਆਂ ਚੀਜ਼ਾਂ ਨਾ ਹੈਂਡ ਇਨ ਹੈਂਡ ਚੱਲਦੀਆਂ ਨੇ ਸੇਮ ਚੱਲਦੀਆਂ ਨੇ ਪਰ ਅਕਸਰ ਦੇਖਿਆ ਜਾਵੇ ਤੁਹਾਨੂੰ ਟਰੂ ਫਾਲਸ ਆਣੇ ਜ਼ਰੂਰੀ ਹੈ ਟਰੂ ਫਾਲਸ ਆ ਗਏ ਨਾ ਇਹਦਾ ਮਤਲਬ ਤੁਹਾਨੂੰ ਹੈਡਿੰਗਸ ਆ ਗਈਆਂ ट्रू फॉल्स आ गए ਇਹਦਾ ਮਤਲਬ ਤੁਹਾਨੂੰ ਲਾਈਨ ਹੈਡਿੰਗ ਆ ਗਈਆਂ ਟਰੂ ਫਾਲਸ ਆ ਗਏ ਇਹਦਾ ਮਤਲਬ ਤੁਹਾਨੂੰ ਮਲਟੀਪਲ ਚੁਆਇਸ ਕੁਐਸਚਨਸ ਆ ਗਏ ਕਿਉਂਕਿ ਐਮਸੀਕਿਊ ਚ ਕੀ ਹੈ ਇੱਕ ਟਰੂ ਫਾਲਸ ਇੱਕ ਟਰੂ ਹੈ ਬਾਕੀ ਦੋ ਜਾਂ ਫਾਲਸ ਨੇ ਜਾਂ ਨੋਟ ਗਿਵਨ ਨੇ ਮਤਲਬ ਤੁਹਾਨੂੰ ਆਹੀ ਨਹੀਂ ਪਤਾ ਆਪਾਂ ਬੇਸਿਕਸ ਕਿੱਥੋਂ ਲੈ ਕੇ ਚੱਲਨੇ ਆ ਸੋ ਉਹ ਬੇਸਿਕ ਕੀ ਬਣਦੇ ਆ ਟਰੂ ਫਾਲਸ ਤੇ ਹੁਣ ਆਪਾਂ ਲਾਈਨ ਹੈਡਿੰਗ ਵੱਲ ਚੱਲਦੇ ਆ ਸੋ ਫਿਰ ਮੈਂ ਉਹੀ ਗੱਲ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਗੰਦਗੀ ਨਾਲ ਨਹੀਂ ਆਪਾਂ ਕੰਮ ਕਰਨਾ ਮੈਂ ਲਾਈਨਸ ਜ਼ਰੂਰ ਮਾੜੀਆਂ ਮੋਟੀਆਂ ਲਗਾਵਾਂਗਾ ਕਿ ਤੁਹਾਡੇ ਭਲੇ ਦੇ ਲਈ ਕਿ ਤੁਹਾਨੂੰ ਸਮਝ ਲੱਗੇ ਪਰ ਇਹਦੇ ਵਿੱਚ ਮਤਲਬ ਆ ਨਹੀਂ ਕਿ ਆਪਾਂ ਗੰਦ ਮਾਰ ਕੇ ਕੰਮ ਕਰੀਏ ਗੰਦ ਮਾਰ ਕੇ ਬਿਲਕੁਲ ਨਹੀਂ ਕਰਨਾ ਠੀਕ ਹੈ what was the children most frequent response what is the meaning of frequent response ਸਭ ਤੋਂ ਤਗੜਾ ਰਿਸਪੌਂਸ ਫ੍ਰੀਕੁਐਂਟ ਰਿਸਪੌਂਸ ਦਾ ਕੀ ਮਤਲਬ ਹੋਇਆ ਇੱਕੋ ਦਮ ਜਿਹੜਾ ਰਿਸਪੌਂਸ ਆਇਆ ਹੁਣ ਤੁਹਾਨੂੰ ਮੈਂ ਪੁੱਛਾਂ ਕਿ ਕਿਹੜਾ ਮੰਥ ਚੱਲ ਰਿਹਾ ਜੀ ਇਸ ਵੇਲੇ ਆਪਣੇ 12 ਮਹੀਨੇ ਤੁਸੀਂ ਕਹੋਗੇ ਨਵੰਬਰ ਇੱਕ ਫ੍ਰੀਕੁਐਂਟ ਰਿਸਪੌਂਸ ਤੁਹਾਡੇ ਸਾਰਿਆਂ ਵੱਲੋਂ ਹੋ ਸਕਦਾ ਕੋਈ ਇੱਕ ਅੱਧਾ ਕਹਿ ਦੇ ਅਕਤੂਬਰ ਚੱਲਦਾ ਪਿਆ ਜੀ ਕਿਸੇ ਨੇ ਦਸੰਬਰ ਲੈਂਦਾ ਹੋਏ ਬਟ ਫ੍ਰੀਕੁਐਂਟ ਰਿਸਪੌਂਸ ਮਤਲਬ ਮੇਜਰ ਰਿਸਪੌਂਸ ਜਿਹੜਾ ਆਇਆ ਮੈਜੋਰਿਟੀ ਆਫ ਦ ਸਟੂਡੈਂਟਸ ਨੂੰ ਜਿਹੜਾ ਰਿਸਪੌਂਸ ਆਪਾਂ ਦਿੰਦੇ ਦੈਟ ਇਜ਼ ਨੋਨ ਐਜ਼ ਅ ਫ੍ਰੀਕੁਐਂਟ ਰਿਸਪੌਂਸ when asked where the rainforest were frequent response ਕੀ ਸੀਗਾ ਜਦੋਂ ਪੁੱਛਿਆ ਗਿਆ ਰੇਨ ਫੋਰੈਸਟ ਕਿੱਥੇ ਨੇ ਮੇਰੇ ਹਿਸਾਬ ਨਾਲ ਆਪਾਂ ਨੂੰ ਫਾਈਂਡ ਆਊਟ ਕਰਨ ਦੀ ਲੋੜ ਹੀ ਨਹੀਂ ਆਪਾਂ ਆਲਰੇਡੀ ਪਤਾ ਲੱਗ ਗਿਆ ਹੋਇਆ ਕਿ ਜੀਓਗ੍ਰਾਫੀਕਲ ਲੋਕੇਸ਼ਨ ਕਿਹੜੀ ਸੀ 43% ਬੱਚਿਆਂ ਨੇ ਕੀ ਕਿਹਾ ਕਿ ਰੇਨ ਫੋਰੈਸਟ ਕਿੱਥੇ ਨੇ ਅਫਰੀਕਾ ਦੇ ਵਿੱਚ ਸੋ ਫ੍ਰੀਕੁਐਂਟ ਰਿਸਪੌਂਸ ਕੀ ਆਇਆ ਅਫਰੀਕਾ ਹੁਣ ਤੁਹਾਨੂੰ ਮੈਂ ਸਾਰਿਆਂ ਨੇ ਪੁੱਛ ਲਾਂ ਕਿੱਥੇ ਜਾਣਾ ਵੀ ਆਇਲਸ ਤੋਂ ਬਾਅਦ ਫ੍ਰੀਕੁਐਂਟ ਰਿਸਪੌਂਸ ਹੋਊਗਾ ਕੈਨੇਡਾ ਕੁਛ ਇੱਕ ਰਿਸਪੌਂਸਿਸ ਹੋਣਗੇ ਵਿੱਚੋਂ ਆਸਟ੍ਰੇਲੀਆ ਕੋਈ ਯੂਕੇ ਦਾ ਯੂਕੇ ਤੇ ਕੋਈ ਦਾ ਯੂਐਸ ਠੀਕ ਹੈ ਨਾ ਬਟ ਫ੍ਰੀਕੁਐਂਟ ਰਿਸਪੌਂਸ ਕੀ ਹੋਇਆ ਕੈਨੇਡਾ ਸੋ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਜੀਓਗ੍ਰਾਫੀਕਲ ਲੋਕੇਸ਼ਨ ਆਫ ਰੇਨ ਫੋਰੈਸਟ ਤੇ ਫ੍ਰੀਕੁਐਂਟ ਰਿਸਪੌਂਸ ਕਿਹੜਾ ਸੀਗਾ ਕੈਨੇਡਾ ਆਪਣਾ ਅਫਰੀਕਾ ਕਿ ਸਭ ਤੋਂ ਜ਼ਿਆਦਾ ਰੇਨ ਫੋਰੈਸਟ ਕਿੱਥੇ ਪਾਈ ਜਾਂਦੀ ਹੈ ਅਫਰੀਕਾ ਫਾਈਂਡ ਕਰੋ ਆਨਸਰ ਐਮ ਰੇਨ ਫੋਰੈਸਟ ਆਰ ਫਾਊਂਡ ਇਨ ਅਫਰੀਕਾ ਸੋ 9th ਦਾ ਆਨਸਰ ਕੀ ਬਣ ਗਿਆ ਆਪਣੇ ਕੋਲ ਐਮ ਸੋ ਇਹ ਮੇਜਰ ਰਿਸਪੌਂਸ ਹੈ ਕਿਹੜਾ ਰਿਸਪੌਂਸ ਹੈ ਮੇਜਰ ਇਨ ਕੇਸ ਮੰਨ ਲਓ ਇੱਥੇ ਇਹਨਾਂ ਨੇ ਮੋਸਟ ਫ੍ਰੀਕੁਐਂਟ ਰਿਸਪੌਂਸ ਕੱਟ ਦਿੱਤਾ ਹੁੰਦਾ ਕੱਲਾ ਰਿਸਪੌਂਸ ਆ ਜਾਂਦਾ ਫਿਰ ਆਨਸਰ ਕੀ ਬਣ ਸਕਦਾ ਸੀਗਾ ਫਿਰ ਅਫਰੀਕਾ ਵੀ ਬਣ ਸਕਦਾ ਸੀ ਫਿਰ ਆਨਸਰ ਦੇ ਵਿੱਚ ਉਹਨਾਂ ਨੇ ਅਫਰੀਕਾ ਬ੍ਰਾਜ਼ੀਲ ਤੇ ਤੀਸਰਾ ਨਾਮ ਜੋ ਵੀ ਹੈਗਾ ਸਾਊਥ ਅਮਰੀਕਾ ਇਹ ਸਾਰੇ ਆਨਸਰ ਆਪਾਂ ਨਾਲ ਲੱਗਦੇ ਆਣੇ ਸੀ ਮਤਲਬ ਕੀਵਰਡ ਨੂੰ ਪਛਾਣੋ ਟਾਈਮ ਦੀ ਨਬਜ਼ ਪਛਾਣੋ ਕਿ ਟਾਈਮ ਤੁਹਾਨੂੰ ਪੁੱਛਦਾ ਕੀ ਪਿਆ ਕਿਹੜੀ ਗੱਲ ਤੁਹਾਨੂੰ ਪੁੱਛੀ ਗਈ ਹੈ ਕਲੀਅਰ ਟੂ एवरीवन what was the most common response to the question about the importance of the rainforest ਸਭ ਤੋਂ ਇੰਪੋਰਟੈਂਟ ਰਿਸਪੌਂਸ ਕਿਹੜਾ ਸੀਗਾ ਰੇਨ ਫੋਰੈਸਟ ਬਾਰੇ ਸਭ ਤੋਂ ਵਧੀਆ ਜਿਹੜਾ ਆਨਸਰ ਦਿੱਤਾ ਗਿਆ ਉਹ ਆਪਾਂ ਨੂੰ ਕੀ ਦਿੱਤਾ ਗਿਆ ਰੇਨ ਫੋਰੈਸਟ ਦੀ ਇੰਪੋਰਟੈਂਸ ਬਾਰੇ ਦੱਸ ਸਕਦੇ ਹੋ what was the most common response ਇਹਦਾ ਮਤਲਬ ਉਹਨੂੰ ਆ ਪਤਾ ਹੈ ਕਈ ਰਿਸਪੌਂਸ ਲਏ ਗਏ ਹੈ ਪਰ ਸਾਰੇ ਵਿੱਚੋਂ ਇੱਕ ਰਿਸਪੌਂਸ ਉਹ ਜਿਹੜਾ ਕਾਮਨ ਰਿਸਪੌਂਸ ਬਣਿਆ ਕਿ ਮੰਨ ਲਓ ਗਰਲਸ ਨੇ ਕਹਿਤਾ ਰੇਨ ਫੋਰੈਸਟ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੈ ਤੇ ਬॉयਜ਼ ਨੇ ਵੀ ਕਹਿਤਾ ਜਿਹੜੇ ਜੋ ਗਰਲਸ ਨੇ ਕਿਹਾ ਉਹ ਸਹੀ ਕਿਹਾ ਇਹਦਾ ਮਤਲਬ ਇਹ ਕਿਹੜਾ ਰਿਸਪੌਂਸ ਬਣ ਗਿਆ ਕਾਮਨ ਪਰ ਮੰਨ ਲਓ 80% ਬॉय ਕਹਿੰਦੇ ਪਏ ਹੈ ਕਿ ਆਨਸਰ ਏ ਕਰੈਕਟ ਹੈ ਤੇ 10% ਗਰਲਸ ਕਹਿੰਦੀਆਂ ਪਈਆਂ ਨੇ ਆਨਸਰ ਏ ਕਰੈਕਟ ਹੈ 90% ਨੇ ਕਿਹਾ ਨਹੀਂ ਕਰੈਕਟ ਸੋ ਇਹ ਕਿਹੜਾ ਰਿਸਪੌਂਸ ਬਣਦਾ ਪਿਆ ਕਾਮਨ ਜਾਂ ਅਨਕਾਮਨ ਦੇ ਵਿੱਚ ਚੱਲਦਾ ਪਿਆ ਮਤਲਬ ਤੁਸੀਂ ਇੱਕ ਤਰੀਕੇ ਨਾਲ ਗੱਲ ਸਮਝਣੀ ਆ ਉਹਦੀ ਕਿ ਬੱਚਿਆਂ ਦਾ ਮੋਸਟ ਕਾਮਨ ਰਿਸਪੌਂਸ ਕੀ ਸੀਗਾ ਜਦੋਂ ਇਹ ਪੁੱਛਿਆ ਗਿਆ ਰੇਨ ਫੋਰੈਸਟ ਦੀ ਇੰਪੋਰਟੈਂਸ ਕੀ ਹੈ ਵਾਟ ਇਜ਼ ਦਾ ਇੰਪੋਰਟੈਂਸ ਆਫ ਰੇਨ ਫੋਰੈਸਟ ਸਭ ਤੋਂ ਤਗੜਾ ਰਿਸਪੌਂਸ ਆਪਣੇ ਕੋਲ ਕੀ ਸੀਗਾ ਸੋ ਆਨਸਰ ਦੱਸ ਸਕਦੇ ਹੋ ਕੀ ਹੈ ਚਲੋ ਪਹਿਲੇ ਮੈਨੂੰ ਆ ਲਓ responses to question 3 concerned the importance of rainforest the dominant idea what is the meaning of dominant idea
ਇੰਪੋਰਟੈਂਟ ਆਈਡੀਆ ਜਿਹੜਾ ਆਊਟ ਪਰਫਾਰਮ ਕਰ ਗਿਆ ਬਾਕੀਆਂ ਤੇ, ਜਿਹੜਾ ਬਾਕੀਆਂ ਦੇ ਕੀ ਕਰ ਗਿਆ, ਆਊਟ ਵੇ ਕਰ ਗਿਆ, ਆਊਟ ਨੰਬਰ ਕਰ ਗਿਆ, ਡੋਮੀਨੇਟ ਕਰ ਗਿਆ। Raised by 64% of pupils was the rainforest provide animals with habitats। ਸਭ ਤੋਂ ਤਗੜਾ ਆਈਡੀਆ ਕੀ ਸੀਗਾ ਕਿ ਜਿਹੜੇ ਰੇਨ ਫੋਰੈਸਟ ਨੇ ਉਹ ਐਨੀਮਲਸ ਨੂੰ ਕੀ ਪ੍ਰੋਵਾਈਡ ਕਰਦੇ ਆ, ਹੈਬਿਟੇਟ ਪ੍ਰੋਵਾਈਡ ਕਰਦੇ ਆ। ਸੋ ਹੈਬਿਟੇਟ ਦਾ ਮਤਲਬ ਕੀ ਹੁੰਦਾ ਹੈ, ਘਰ ਪ੍ਰੋਵਾਈਡ ਕਰਨਾ। ਸੋ ਕੀ ਆਨਸਰ ਹੋ ਸਕਦਾ ਹੈ, E, without rainforest some animals would have nowhere to live। ਕਿ ਬਿਨਾਂ ਰੇਨ ਫੋਰੈਸਟ ਤੋਂ ਐਨੀਮਲਸ ਕੋਲ ਕੋਈ ਘਰ ਹੀ ਨਹੀਂ ਹੋਊਗਾ ਰਹਿਣ ਦੇ ਲਈ। ਸੋ ਇਹ ਕਿਹਦਾ ਆਨਸਰ ਹੈ, 10th ਦਾ। ਇਜ਼ ਇਟ ਕਲੀਅਰ? ਸੋ ਦਿਸ ਇਜ਼ ਕਲੀਅਰ ਟੂ एवरीवन? ਪੱਕੀ ਗੱਲ ਹੈ ਸਟੂਡੈਂਟਸ? ਨੈਕਸਟ, what did most children give as the reason for the loss of a rainforest? ਹੁਣ ਰੇਨ ਫੋਰੈਸਟ ਖਤਮ ਹੋਣ ਦੀ ਗੱਲ ਆ ਗਈ, ਡਿਸਟਰਕਸ਼ਨ ਜਾਂ ਲੋਸ ਦੀ ਗੱਲ ਆ ਗਈ, ਤੇ ਸਭ ਤੋਂ ਜ਼ਿਆਦਾ ਬੱਚਿਆਂ ਦਾ ਆਨਸਰ ਕੀ ਸੀਗਾ ਕਿ ਰੇਨ ਫੋਰੈਸਟ ਖਤਮ ਕਿਉਂ ਹੁੰਦੇ ਪਏ ਨੇ? ਸਭ ਤੋਂ ਜ਼ਿਆਦਾ ਬੱਚਿਆਂ ਦੇ ਆਨਸਰ, ਮਤਲਬ ਡੋਮੀਨੈਂਟ ਆਈਡੀਆ ਮੰਗ ਲਿਆ ਉਹਨੇ ਦੁਬਾਰਾ ਤੋਂ। ਕੀ ਆਨਸਰ ਕਹਿ ਸਕਦੇ ਆ? The fourth question concerned the causes of destruction of rainforest. Perhaps more than half of the pupils, मतलब 59% ਬੱਚਿਆਂ ਨੇ ਗੱਲ ਕਹਿਤੀ, ਮਗਰ ਬਚਿਆ 41। ਸੋ 59% ਦਾ ਮਤਲਬ ਕੀ ਹੋਇਆ, most of the students 59% identified that it is human activities which are destroying a rainforest। ਇਹ ਇਨਸਾਨੀ ਗਤੀਵਿਧੀਆਂ ਨੇ ਜਿਹੜੀਆਂ ਰੇਨ ਫੋਰੈਸਟ ਨੂੰ ਕੀ ਕਰਦੀਆਂ, ਖਤਮ ਕਰਦੀਆਂ ਪਈਆਂ। ਸੋ people are responsible for the loss of a rainforest। So is it clear? Is it clear everyone? Yes sir। So ਇਨਸਾਨੀ ਗਤੀਵਿਧੀਆਂ ਨੇ ਜੋ ਰੇਨ ਫੋਰੈਸਟ ਨੂੰ ਕੀ ਕਰ ਰਹੀਆਂ, ਖਤਮ। Why did most children think it is important for the rainforest to be protected? ਜ਼ਿਆਦਾਤਰ ਬੱਚੇ ਕਿਉਂ ਸੋਚਦੇ ਆ ਕਿ ਰੇਨ ਫੋਰੈਸਟ ਨੂੰ ਪ੍ਰੋਟੈਕਟ ਕਰਨਾ ਚਾਹੀਦਾ? ਫਿਰ ਮੋਸਟ ਚਿਲਡਰਨ ਦੀ ਗੱਲ ਆ ਗਈ ਤੇ ਪ੍ਰੋਟੈਕਸ਼ਨ ਦੀ ਗੱਲ ਆ ਗਈ। ਮੈਨੂੰ ਦੱਸ ਸਕਦੇ ਹੋ ਕਿਹੜੇ ਪੈਰਾਗ੍ਰਾਫ 'ਚ ਗੱਲ ਕੀਤੀ ਜਾ ਰਹੀ ਹੈ? ਆ ਦੇਖੋ, ਪ੍ਰੋਟੈਕਸ਼ਨ ਦਾ ਆਨਸਰ ਮਿਲਿਆ ਆਪਾਂ ਨੂੰ ਕਨਜ਼ਰਵੇਸ਼ਨ। The majority of the children simply said that we need rainforest to survive। ਉਹ ਕਹਿੰਦੇ ਆ ਆਪਾਂ ਨੂੰ ਰੇਨ ਫੋਰੈਸਟ ਕਾਹਦੇ ਲਈ ਚਾਹੀਦਾ ਏ, ਸਰਵਾਈਵ ਦੇ ਲਈ। ਇਹਦਾ ਮਤਲਬ ਜੇ ਰੇਨ ਫੋਰੈਸਟ ਨਾ ਹੋਇਆ ਆਪਾਂ ਲੋਕ ਕੀ ਹੋਵਾਂਗੇ, ਮਰ ਜਾਾਂਗੇ। ਸੋ ਮੈਕਸਿਮਮ ਬੱਚਿਆਂ ਨੇ ਕੀ ਕਿਹਾ, ਵੀ ਨੀਡ ਰੇਨ ਫੋਰੈਸਟ ਟੂ ਸਰਵਾਈਵ। ਸੋ ਵਾਟ ਦਾ ਆਨਸਰ ਵਿਲ ਬੀ, C, P। ਹਿਊਮਨਸ ਮਤਲਬ ਵੀ depend on the rainforest for their continuing existence। so answer will be 12 ਦਾ ਆਨਸਰ ਹੋ ਗਿਆ। ਕਲੀਅਰ ਟੂ एवरीवन? ਹੁਣ ਦੇਖੋ ਆਨਸਰ ਆਪਣੀ ਮਰਜ਼ੀ ਨਾਲ ਨਿਕਲ ਰਹੇ ਆ, ਬਸ ਤੁਸੀਂ ਇੱਕ ਸਮੇਂ ਦੀ ਨਬਜ਼ ਪਛਾਣਨੀ ਹੈ। ਤੁਸੀਂ ਵਰਡਸ ਸਮਝਨੇ ਆ ਕਿ ਵਰਡ ਕੀਵਰਡ ਕੀ ਆ ਆਪਣੇ ਕੋਲ, ਬਸ ਜਿਹਨੂੰ ਕੀਵਰਡ ਸਮਝ ਲੱਗ ਗਿਆ ਉਹਦਾ ਆਨਸਰ ਨਿਕਲਿਆ ਹੈ। ਠੀਕ ਹੈ। ਐਂਡ ਫਾਈਨਲੀ, which of the responses is cited ਮਤਲਬ is given as unexpectedly uncommon। ਕਿਹੜੀ ਚੀਜ਼ ਸਭ ਤੋਂ ਅਨਕੋਮਨ ਹੈ? given the amount of time spent on the issue by the newspaper and TV। ਕਿਹੜੀ ਚੀਜ਼ ਨੂੰ ਸਭ ਤੋਂ ਅਨਐਕਸਪੈਕਟਡਲੀ ਅਨਕੋਮਨ ਮੰਨਿਆ ਗਿਆ ਹੈ ਜਿਹਦੇ ਉੱਤੇ ਨਿਊਜ਼ਪੇਪਰ ਤੇ ਟੈਲੀਵਿਜ਼ਨ ਨੇ ਕੀ ਕੀਤਾ ਹੈ, ਟਾਈਮ ਸਪੈਂਡ ਕੀਤਾ ਹੈ। ਕਲੀਅਰ? ਕੁਐਸਚਨ ਮਤਲਬ ਆਨਸਰ, ਕੁਐਸਚਨ ਦਾ ਮਤਲਬ ਸਮਝ ਲੱਗਾ ਸਾਰਿਆਂ ਨੂੰ? ਸੋ ਵਾਟ ਵਿਲ ਬੀ ਦਾ ਆਨਸਰ? ਅਨਕੋਮਨ, ਅਨਐਕਸਪੈਕਟਡਲੀ ਅਨਕੋਮਨ ਦੀ ਗੱਲ ਕੀਤੀ ਹੈ, ਅਨਐਕਸਪੈਕਟਡਲੀ ਅਨਕੋਮਨ। ਸੋ ਸਭ ਤੋਂ ਪਹਿਲੇ ਅਨਐਕਸਪੈਕਟਡਲੀ ਅਨਕੋਮਨ ਵਰਡ ਤਾਂ ਲੱਭੋ ਕਿੱਥੇ ਹੈ? ਸੋ ਦੇਖਿਆ ਜਾਵੇ ਤਾਂ ਇੱਥੇ ਹੀ ਤੁਰਿਆ ਫਿਰਦਾ 6%। ਜਿਹੜੀ ਗੱਲ 6% ਬੱਚਿਆਂ ਨੇ ਕੀਤੀ ਹੈ, ਬਸ 6% ਨੇ ਜਿਹੜੀ ਗੱਲ ਕੀਤੀ ਹੈ ਉਹ ਕਿਹੜੀ ਹੋਊਗੀ, ਅਨਕੋਮਨ ਹੀ ਹੋਊਗੀ। ਸਭ ਤੋਂ ਹਲਕਾ ਰਿਸਪੌਂਸ ਜਿਹਨੂੰ ਆਪਾਂ ਕਵਾਂਗੇ। ਮੈਂਸ਼ਨ ਡੈਟ ਰੇਨ ਫੋਰੈਸਟ ਡਿਸਟਰਕਸ਼ਨ ਮੇ ਕੰਟਰੀਬਿਊਟ ਟੂ ਗਲੋਬਲ ਵਾਰਮਿੰਗ। ਉਹ ਬੱਚੇ ਕਹਿੰਦੇ ਰੇਨ ਫੋਰੈਸਟ ਦੇ ਨਾਲ ਕੀ ਹੋ ਜਾਊਗਾ, ਗਲੋਬਲ ਵਾਰਮਿੰਗ ਹੋ ਜਾਊਗੀ। ਇਹ ਗੱਲ ਕਿੰਨੇ ਕਹੀ ਹੈ? ਅਨਐਕਸਪੈਕਟਡਲੀ ਅਨਕੋਮਨ ਹੈ, ਸਿਰਫ 6% ਬੱਚਿਆਂ ਨੇ ਗੱਲ ਕਹੀ ਹੈ। ਸੋ ਆਨਸਰ ਵਿਲ ਬੀ B, the rainforests are being destroyed by same things that are destroying in the forest। ਵੈਸਟਰਨ ਯੂਰਪ ਦੀ ਤਾਂ ਗੱਲ ਹੀ ਨਹੀਂ ਹੋਈ ਕਿਤੇ, ਤੁਸੀਂ ਕਿਵੇਂ ਕਹਿ ਸਕਦੇ ਹੋ B? K, ਇੱਕ ਮਿੰਟ, ਇੱਕ ਬੱਚਾ K ਵੀ ਕਹਿ ਰਿਹਾ। ਵਿਦਾਊਟ ਰੇਨ ਫੋਰੈਸਟ ਦੇयर ਵੁੱਡ ਨਾਟ ਬੀ ਇਨਫ ਆਕਸੀਜਨ ਇਨ ਦਾ ਏਅਰ। ਗਲੋਬਲ ਵਾਰਮਿੰਗ ਦਾ ਆਕਸੀਜਨ ਨਾਲ ਕੀ ਲੈਣਾ ਦੇਣਾ ਜੀ? ਨਹੀਂ, ਇੰਨੇ ਸਾਇੰਟਿਸਟ ਨਾ ਬਣੋ ਤੁਸੀਂ, ਹਲੇ ਤੁਹਾਡੀ ਲੋੜ ਹੈ ਸਾਨੂੰ। ਠੀਕ ਹੈ, ਇੰਨੇ ਸਾਇੰਟਿਸਟ ਨਾ ਬਣੋ ਕਿ ਜੇ ਗਲੋਬਲ ਵਾਰਮਿੰਗ ਹੋ ਗਈ ਤਾਂ ਆਕਸੀਜਨ ਘਟ ਜਾਊਗੀ। ਇਹ ਕੀ ਮਤਲਬ ਹੋਇਆ ਆਕਸੀਜਨ ਘਟ ਜਾਊਗੀ? ਆਨਸਰ ਵਿਲ ਬੀ
ਜੇ ਐਜ਼ ਦ ਰੇਨ ਫੋਰੈਸਟ ਆਰ ਡਿਸਟਰੋਇਡ ਦ ਵਰਲਡਸ ਗੈਟ ਵਾਰਮਰ। ਜੇ ਰੇਨ ਫੋਰੈਸਟ ਖਤਮ ਹੋ ਗਏ ਕੀ ਹੋਊਗੀ? ਗਲੋਬਲ ਵਾਰਮਿੰਗ ਹੋਊਗੀ। ਇਹ ਆਂਸਰ ਹੋਇਆ ਦ ਵਰਲਡ ਗੈਟਸ ਵਾਰਮਰ। ਸੋ ਆਂਸਰ ਵਿਲ ਬੀ 13 ਦਾ ਆਂਸਰ J। So I hope these all questions are now clear to everyone. Clear students? So ਇਹ ਆਪਣੀ ਸੈਕਿੰਡ ਵੀਡੀਓ ਸੀਗੀ, ਇਹ ਤੁਸੀਂ ਦੇਖ ਸਕਦੇ ਇਸ ਤੋਂ ਬਾਅਦ। ਥੈਂਕ ਯੂ ਸਟੂਡੈਂਟਸ।